ਉਦੋਂ ਤੇਰੀ ਤੋੜ ਲੱਗੇ ਜੱਟ ਨੂੰ, ਜ਼ਿੰਦਗੀ 'ਚ ਪਿਆਰ ਦੀ ਨਹੀਂ ਥੋੜ ਲੱਗੇ ਜੱਟ ਨੂੰ। ਕੋਈ ਚੰਡੀਗੜ੍ਹ ਕਾਂਡ ਹੈਗਾ ਜਿਹੜਾ ਕਦੀ ਨਹੀਂ ਭੁੱਲਿਆ ਜਾ ਸਕਦਾ ਪ੍ਰਿੰਸ ਨੂੰ? ਸਭ ਨੇ ਕੀਤੇ 8-9 10 ਤੱਕ ਦੇ ਗੇੜੀਆਂ, ਕੁੜੀਆਂ 'ਚ ਸਕੂਟੀ ਉਹ ਕੁੜੀਆਂ ਸਕੂਟੀ 'ਚ ਹੋਣਾ, ਪਿੱਛੇ ਗੱਡੀਆਂ ਲਾ ਲੈਣੀਆਂ, ਉਹ ਸਾਡੇ ਕਾਂਡ ਹੀ ਹੁੰਦੇ ਸੀ ਨਾ, ਨੰਬਰ ਘੇਰਦੇ ਨੇ ਇੱਦਾਂ ਕਰਕੇ। ਤੁਸੀਂ ਕਿਸਮਤ ਤੇ ਕਿੰਨਾ ਬਿਲੀਵ ਕਰਦੇ ਹੋ? ਕਿਸਮਤ ਦੇਖੋ ਇੰਪੋਰਟੈਂਟ ਹੈ, 100% ਇੰਪੋਰਟੈਂਟ ਹੈ, ਬਟ ਮੈਨੂੰ ਲੱਗਦਾ ਕਿ ਉਸ ਤੋਂ ਜ਼ਿਆਦਾ ਇੰਪੋਰਟੈਂਟ ਤੁਹਾਡਾ ਹਾਰਡ ਵਰਕ, ਥੋੜਾ ਫੋਕਸ ਰਹਿਣਾ। ਪਰ ਪ੍ਰਿੰਸ ਜਦੋਂ ਤੁਸੀਂ ਰੋਡੀਜ਼ 'ਚ ਆਏ ਸੀ, ਫਿਰ ਸਪਿਟਸ ਮਿਲਿਆ, ਦੈਨ ਬਿਗ ਬਿਸ, ਦੈਨ ਨਚ ਮਿਲੇ, ਤੇ ਹਰ ਇੱਕ ਜਗ੍ਹਾ ਤੇ ਕੁਝ ਇੱਕ ਇਹੋ ਜਿਹੇ ਵੀ ਹੁੰਦੇ ਸੀ ਪਾਰਟਿਸਿਪੈਂਟ ਜਿਹੜੇ ਕਹਿੰਦੇ ਸੀ ਬਾਇਸਨੈਸ ਹੈ, वहाँ पे जीत के आ गया, यहाँ पे भी हो चली जाएगा, या यहाँ पे कैसे चलेगा, वो जीत के आ गया। इसका ਲੋਕਾਂ ਦੇ ਮੈਂਟਲ ਲੈਵਲ ਨਾਲ ਖੇਲਣਾ ਬਹੁਤ ਇੰਪੋਰਟੈਂਟ ਹੈ। ਹੁਣ ਜਾਂਦੀ ਉਹ ਕਹਿੰਦੇ ਸੀ ਯਾਰ ਤੂੰ ਆ ਗਿਆ ਤੂੰ ਜੀਤ ਜਾਏਗਾ, ਉਹ ਪਹਿਲੇ ਆਪਣੀ ਹਾਰ ਮੰਨ ਜਾਂਦੇ ਸੀ। ਮੈਂ ਮੇਰੇ ਸਾਹਮਣੇ ਚਾਹੇ 10 ਸਾਲ ਦਾ ਵਿਨਰ ਹੋਵੇ, ਮੈਂ ਕਦੇ ਨਹੀਂ ਬੋਲੂੰਗਾ ਕਿ ਤੂੰ ਜਿੱਤ ਜਾਏਗਾ, ਕਿਉਂ? ਕਿਉਂਕਿ ਮੇਰੇ ਨਾਲ ਖੇਲਿਆ ਹੀ ਨਹੀਂ। ਜਦ ਖੇਲੇਗਾ ਮੇਰੇ ਤੋਂ ਜਿੱਤੂੰਗਾ ਤਾਂ ਮੈਂ ਕਹੂੰਗਾ ਠੀਕ ਹੈ ਯਾਰ ਵਿਨਰ। ਜਦ ਤੱਕ ਨਹੀਂ ਖੇਲਿਆ ਮੈਂ ਜਿੱਤੂੰਗਾ ਭਾਈ, ਕਿਉਂਕਿ ਜੇ ਮੇਰੇ ਤੇ ਖੁਦ ਤੇ ਭਰੋਸਾ ਨਹੀਂ ਕਰੂੰਗਾ, ਦੁਨੀਆ ਨੂੰ ਕਿੱਦਾਂ ਭਰੋਸਾ ਕਰਾਉਂਗਾ ਕਿ ਮੈਂ ਜਿੱਤ ਸਕਦਾ। ਸੋ ਹਾਊਸ ਲਾਈਫ ਨਾਓ? ਯੂਵਿਕਾ ਬਹੁਤ ਕੰਟਰੋਲ ਰੱਖਦੇ ਨੇ? ਨਹੀਂ ਬਿਲਕੁਲ ਵੀ Chill ਨਾ? ਨਹੀਂ, ਚਿਲ, ਅਸੀਂ ਬਹੁਤ ਚਿਲ ਰਹਿੰਦੇ ਦੋਨੋਂ, ਤੇ ਸਾਡੇ 'ਚ ਕੰਟਰੋਲ ਦਾ ਕੋਈ ਹਿੱਸਾ ਨਹੀਂ ਹੈਗਾ। ਤੇ ਜਦੋਂ ਤੁਸੀਂ ਉਹਨਾਂ ਨੂੰ ਫਿਲਮਾਂ ਵਿੱਚ ਦੇਖਿਆ ਸੀਗਾ, ਉਦੋਂ ਤੁਸੀਂ ਸਟਰਗਲ ਕਰ ਰਹੇ ਸੀ? ਜਦ ਮੈਂ ਸਟਰਗਲ ਨਹੀਂ, ਮੈਂ ਤਾਂ ਸੀਗਾ ਹੀ ਨਹੀਂ ਇੰਡਸਟਰੀ 'ਚ, ਮੈਂ ਤਾਂ ਇੱਧਰ ਸੀਗਾ। ਉਹਦੀ ਓਮ ਸ਼ਾਂਤੀ ਓਮ ਆਈ ਸੀ, ਅਸੀਂ ਥੀਏਟਰ ਦੇਖਣ ਗਏ ਸੀ, ਮੈਂ ਕਿਹਾ ਯਾਰ ਆਹ ਤਾਂ ਜ਼ਿਆਦਾ ਸੋਹਣੀ ਲੱਗ ਰਹੀ ਕੁੜੀ ਹੈ ਨਾ, ਤੇ ਸਾਨੂੰ ਥੋੜ੍ਹਾ ਪਤਾ ਮੇਰਾ ਵਿਆਹ ਹੀ ਉਹਦੇ ਨਾਲ ਹੋਣਾ ਹੈ। ਸੋ ਗਾਣੇ ਇੱਕਦਮ ਪੰਜਾਬੀ ਕਿੱਥੋਂ ਇਨਫਲੂਐਂਸਡ ਹੋ ਰਹੇ ਸੀ ਇੰਨੀ ਦੇਰ ਦੀ, ਔਰ ਇਹ ਕੀ ਇੱਕ ਪਲਾਨਡ ਚੀਜ਼ਾਂ ਨੇ? ਮੈਂ ਬਚਪਨ ਤੋਂ ਗਾਉਣਾ, ਮੈਂ ਬੋਲੀਆਂ ਮਲਵਾਈ ਗਿੱਧਾ ਪੂਰੇ ਸਕੂਲ ਟਾਈਮ ਕਾਲਜ ਟਾਈਮ ਕੀਤਾ ਹੈ ਨਾ। ਭੰਗੜੇ ਬਾਰੇ ਅਸੀਂ ਭੰਗੜੇ ਬਾਰੇ ਯੈਸ। ਤੇ ਉਸ ਤੋਂ ਬਾਅਦ ਮਿਡਲ ਕਲਾਸ ਫੈਮਿਲੀ ਤੋਂ ਸੀ ਕਿ ਡੈਡੀ ਤੋਂ ਪੈਸੇ ਮੰਗਣ ਦੀ ਔਕਾਤ ਨਹੀਂ ਸੀਗੀ, 10 ਲੱਖ ਰੁਪਏ ਦਿਓ ਐਲਬਮ ਕਰਨੀ ਹੈ ਨਾ, ਤੇ ਤਦ ਇੰਨੇ ਪੈਸੇ ਸੀਗੇ ਨਹੀਂ ਨਾ ਡੈਡੀ ਕੋਲ ਨਾ ਸਾਡੇ ਕੋਲ ਹੈ ਨਾ, ਤੇ ਉਸ ਤਦ ਮੈਂ ਕੁਛ ਕਰ ਨਹੀਂ ਪਾਇਆ। ਫਿਰ ਜਦ ਮੈਂ ਸਭ ਕੁਝ ਕਰ ਲਿਆ, ਕਮਾ ਲਿਆ, ਕਰ ਲਏ, ਤੇ ਹੁਣ ਲੱਗਿਆ ਕਿ ਮੈਨੂੰ ਆਪਣਾ ਪੈਸ਼ਨ ਜੋ ਮੇਰੇ ਨਾਲ ਪਿਆਰ ਸੀ ਉਹ ਕਰਨਾ ਚਾਹੀਦਾ, ਫਿਰ ਮੈਂ ਗਾਣੇ ਸੁਣ ਰਿਹਾ ਵਾਪਸ। ਜਾਂ ਇੰਡਸਟਰੀ ਦਾ ਪਾਰਟ ਬਣ ਕੇ ਰਹਿਣਾ ਕੀ ਇੱਕ ਚੈਲੰਜ ਹੈ ਇੱਕ ਆਰਟਿਸਟ ਲਈ? ਚੈਲੰਜ ਨਾ ਸਸਟੇਨ ਕਰਨਾ ਬੇਟਾ ਹਮੇਸ਼ਾ ਚੈਲੰਜ ਰਹਿੰਦਾ ਹੈ। ਤੁਸੀਂ ਬਣ ਜਾਂਦੇ ਹੋ, ਕਿੱਦਾਂ ਸਸਟੇਨ ਕਰਦੇ ਹੋ ਉਹਨੂੰ, ਉਹ ਬਹੁਤ ਇੰਪੋਰਟੈਂਟ ਰਹਿੰਦਾ। ਉੱਥੇ ਲੋਕ ਹਾਰ ਮੰਨ ਜਾਂਦੇ ਹੈ ਨਾ, ਪਰ ਮੈਨੂੰ ਲੱਗਦਾ ਤੁਹਾਨੂੰ ਹਾਰ ਮੰਨਣੀ ਨਹੀਂ ਚਾਹੀਦੀ। ਅਪ ਡਾਊਨ ਹਮੇਸ਼ਾ ਲਾਈਫ 'ਚ ਆਉਂਦੇ ਹੈ, ਤੁਸੀਂ ਇੱਕ ਵਾਰ ਕੰਮ ਕਦੇ ਨਹੀਂ ਕਰਨਾ, ਕਦੇ ਥੋੜਾ ਥੱਲੇ ਆਏਗਾ, ਬਟ ਮੈਟਰ ਹੀ ਕਰਦਾ ਤੁਸੀਂ ਕੰਮ ਕਰੀ ਜਾਵੇ। ਉਹ ਦੁਬਾਰਾ ਕਦ ਕਲਿੱਕ ਹੋਏਗਾ ਸਾਨੂੰ ਖੁਦ ਨਹੀਂ ਪਤਾ ਹੋਏਗਾ ਹੈ ਨਾ। ਜਦ ਮੈਂ ਇਸ ਲਾਈਨ 'ਚ ਆਇਆ ਸੀਗਾ, ਲੋਕਾਂ ਨੇ ਮੇਰੇ ਰਿਸ਼ਤੇਦਾਰਾਂ ਨੇ ਬੋਲਿਆ ਸੀ ਕਿੱਥੇ ਭੇਜਤਾ, ਉੱਥੇ ਵਿਗੜ ਜਾਣਾ, ਇਹਨੇ ਕੁਛ ਨਹੀਂ ਕਰਨਾ, ਚੰਗਾ ਵਾਲਾ ਕੰਮ ਹੈ ਸੰਭਾਲੋ। ਫਿਰ ਉਹੀ ਰਿਸ਼ਤੇਦਾਰ ਲੋਕਾਂ ਨੂੰ ਲੈ ਕੇ ਆਉਂਦੇ ਸੀ, ਸਾਡਾ ਭਾਂਜਾ ਹੈ, ਭਤੀਜਾ ਹੈ, ਲੈ ਫੋਟੋ ਖਿੱਚ ਲਓ। ਰੋਡੀਜ਼ ਤੁਹਾਡੇ ਅਕੋਰਡਿੰਗ ਕੀ ਹੈ? ਮੇਰੇ ਲਈ ਰੋਡੀਜ਼ ਲਾਈਫ ਚੇਂਜਿੰਗ ਹੈ ਨਾ, ਕਿ ਇੱਥੇ ਲੋਕ ਸੁਪਨੇ ਲੈ ਕੇ ਆਉਂਦੇ ਹਨ, ਸਾਡੇ ਵਰਗੇ ਆਮ ਆਦਮੀ ਜਿਨ੍ਹਾਂ ਦੇ ਕੋਈ ਗੋਡਫਾਦਰ ਨਹੀਂ ਹੈ ਇੰਡਸਟਰੀ 'ਚ, ਤੇ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਪਲੇਟਫਾਰਮ 'ਤੇ ਆ ਕੇ ਆਪਣੇ ਸ਼ੋਕੇਸ ਕਰਨ ਦਾ। ਪ੍ਰਿੰਸ ਇੰਡਸਟਰੀ ਵਿੱਚੋਂ ਕਿਹਨੇ ਸਭ ਤੋਂ ਵੱਧ ਤੁਹਾਡੀ ਹੌਸਲਾ ਅਫਜ਼ਾਈ ਕੀਤੀ ਵੀ ਸਵਾਦ ਆ ਗਿਆ? ਐਪਰੀਸ਼ੀਏਟ ਕਰਨਾ ਬਹੁਤ ਇੰਪੋਰਟੈਂਟ ਹੈ, ਔਰ ਜਿਹੜੀ ਸਾਡੀ ਇੰਡਸਟਰੀ 'ਚ ਨਹੀਂ ਹੁੰਦਾ। ਸਾਡੀ ਇੰਡਸਟਰੀ ਲੋਕ ਸੜਦੇ ਹੀ ਬਹੁਤ ਹੈ ਕਿ ਕਿਤੇ ਗਾਣਾ ਹਿੱਟ ਹੋ ਜਾਏ ਹੈ ਨਾ, ਕਿ ਆ ਕੀ ਕਰ ਰਹੇ ਹਾਂ। ਮੈਨੂੰ ਲੱਗਦਾ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅੱਜ ਤੁਸੀਂ ਕਮਾ ਰਹੇ ਹੋ, ਤੁਹਾਡਾ ਕੰਮ ਕੋਈ ਖਿੱਚਣ ਨਹੀਂ ਲੱਗਿਆ, ਰੱਬ ਨੇ ਤੁਹਾਨੂੰ ਕੰਮ ਦੇਣਾ ਹੀ ਹੈ, ਪਰ ਤੁਸੀਂ ਕਿਸੇ ਹੋਰ ਨੂੰ ਵੀ ਕੰਮ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਹਿੰਦੇ ਨੇ ਕਿ ਕਿਸਮਤ ਇੱਕ ਵਾਰ ਚੱਲ ਸਕਦੀ ਹੈ, ਬਾਰ-ਬਾਰ ਨਹੀਂ ਚੱਲ ਸਕਦੀ, ਲੇਕਿਨ ਕੁਝ ਇਹੋ ਜਿਹੀ ਪਰਸਨੈਲਿਟੀਆਂ ਵੀ ਨੇ ਜੋ ਇੰਨੀ ਫੋਕਸਡ ਨੇ, ਇੰਨੀ ਡਿਟਰਮਿਨਡ ਨੇ ਕਿ ਬਾਰ-ਬਾਰ ਕਿਸਮਤ ਵੀ ਚੱਲਦੀ ਹੈ ਐਂਡ ਬਾਰ-ਬਾਰ ਵਿਨਰ ਵੀ ਬਣਦੇ ਨੇ, ਕਰਮ ਵੀ ਕਰਦੇ ਨੇ ਤੇ ਕਾਂਡ ਵੀ ਕਰਦੇ ਨੇ। ਸੋ ਸਾਡੇ ਨਾਲ ਨੇ ਰੋਡੀ ਕਹਿ ਲਈਏ, ਬਿਗ ਬੌਸ ਵਿਨਰ ਕਹਿ ਲਈਏ, ਜਾਂ ਕਹਿ ਲਈਏ ਰਿਐਲਿਟੀ ਸ਼ੋਜ਼ ਦੇ ਰਾਜਾ ਕਿੰਗ ਹੈ ਨਾ। ਸੋ ਪ੍ਰਿੰਸ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਪਹਿਲੇ ਤੇ ਬਹੁਤ ਵਧੀਆ, ਤੁਸੀਂ ਦੱਸੋ? ਮੈਂ ਬਹੁਤ ਵਧੀਆ। ਜਿਸ ਗਰਾਊਂਡ ਤੋਂ ਤੁਸੀਂ ਖੁਦ ਇੱਕ ਕਿੰਗ ਬਣੇ ਹੋ ਟੀਵੀ ਦੇ, ਐਂਡ ਉਸ ਤੋਂ ਬਾਅਦ ਹੁਣ ਤੁਸੀਂ ਖੁਦ ਜੱਜ ਕਰ ਰਹੇ ਹੋ। ਸੋ ਪ੍ਰਿੰਸ ਕੀ ਸੋਚਦੇ ਨੇ ਹੁਣ ਆਪਣੀ ਜਰਨੀ ਨੂੰ ਜਦੋਂ ਵੇਖਦੇ ਨੇ, ਤੁਸੀਂ ਕੀ ਸੋਚਦੇ ਹੋ? ਸੀ ਮੈਨੂੰ ਇਹੀ ਲੱਗਦਾ ਹੁਣ ਕਿ ਜਦ ਮੈਂ ਆਪਣੀ ਚੈਨਲ ਦੇਖਦਾ ਕਿ ਮੈਂ ਵੀ ਇੱਕ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਆਇਆ ਹੈ ਨਾ, ਜਿੱਥੇ ਕੋਈ ਪਿੱਛੇ ਹੈ ਨਹੀਂ ਬੈਕਗਰਾਊਂਡ 'ਚ, ਇਸ ਫੀਲਡ 'ਚ ਆਪਣਾ ਨਾਮ ਆਪ ਬਣਾਇਆ, ਤੇ ਮੈਂ ਆਈ ਐਕਸਪੈਕਟ ਕਰਦਾ ਜਦ ਵੀ ਮੈਂ ਚੰਡੀਗੜ੍ਹ ਜਾਂ ਦਿੱਲੀ ਆਡੀਸ਼ਨ ਲੈਣਾ, ਥੋੜ੍ਹਾ ਜਿਹਾ ਬਾਇਸ ਹੋ ਜਾਂਦਾ ਕਿ ਯਾਰ ਮੇਰੇ ਸ਼ਹਿਰ ਦੇ ਲੋਕ ਹੈ ਉਰੇ ਹੈ ਨਾ। ਹਮੇਸ਼ਾ ਚਾਹੁੰਦਾ ਕਿ ਅੱਛਾ ਕਰਨ, ਅੱਛਾ ਬੋਲਣ, ਔਰ ਇੱਥੋਂ ਨਿਕਲ ਕੇ ਜਾਣ ਅੱਗੇ ਤੇ ਆਪਣਾ ਨਾਮ ਵਧਾਉਣ, ਲੋਕਾਂ ਨੂੰ ਇੰਸਪਾਇਰ ਕਰਨ। ਜਿੱਦਾਂ ਸ਼ਾਇਦ ਕੁਝ ਲੋਕ ਆ ਜਿਹੜੇ ਮੈਨੂੰ ਬਹੁਤ ਆਪਣਾ ਆਈਡਲ ਮੰਨਦੇ ਹੈ ਨਾ, ਤੇ ਉਹਨਾਂ ਕਰਕੇ ਸਾਨੂੰ ਹੋਰ ਐਫਰਟ ਦਿਖਾਉਣੇ ਪੈਂਦੇ ਆ ਆਪਣੇ ਕਰੀਅਰ ਨੂੰ ਲੈ ਕੇ, ਆਪਣੇ ਕੰਮ ਨੂੰ ਲੈ ਕੇ। ਤਾਂ ਬਹੁਤ ਖੁਸ਼ੀ ਮਿਲਦੀ ਹੈ ਲੋਕ ਪਿਆਰ ਦਿੰਦੇ ਆ। ਤੁਸੀਂ ਬਾਇਸਡ ਹੁੰਦੇ ਹੋ? ਦੈਟ ਮੀਨਸ ਮੈਂ ਬਹੁਤ ਬਾਇਸ ਹੋ ਜਾਂਦਾ, ਕਈ ਵਾਰ ਮੇਰੀ ਸ਼ਕਲ ਤੇ ਆ ਜਾਂਦਾ, ਮੈਨੂੰ ਕਹਿ ਦਿੰਦੇ ਓਏ ਤੂੰ ਤਾਂ ਰਹਿਣ ਦੇ, ਠੀਕ ਹੈ ਨਾ, ਤੂੰ ਨਾ ਦੱਸ ਇਸ ਬਾਰੇ ਜੀ। ਸੋ ਪ੍ਰਿੰਸ ਸਾਰੀ ਤੁਹਾਡੀ ਜਰਨੀ ਅਸੀਂ ਦੇਖੀ ਹੋਈ ਹੈ ਖੁਦ ਹੈ ਨਾ। ਹੁਣ ਰੋਡੀਜ਼ ਜਦੋਂ ਇਹ ਵਾਲਾ ਆ ਰਿਹਾ, ਤੁਸੀਂ ਖੁਦ ਜੱਜ ਕਰ ਰਹੇ ਹੋ, ਸੋ ਕਰਮ 'ਚ ਜ਼ਿਆਦਾ ਬਿਲੀਵ ਕਰਦੇ ਹੋ ਜਾਂ ਕਾਂਡ 'ਚ ਜ਼ਿਆਦਾ ਬਿਲੀਵ ਕਰਦੇ ਹੋ? ਕਰਮ ਤਾਂ ਅਸੀਂ ਕਰਦੇ ਹੀ ਹਾਂ, ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਕਾਂਡ ਕਰਨੇ ਬਹੁਤ ਇੰਪੋਰਟੈਂਟ ਹੈ। ਦੁਨੀਆ ਉੱਦਾਂ ਦੀ ਹੈ ਕਿ ਜਿਹੜੀ ਸਿੱਧੇ ਮੂੰਹ ਕਈ ਵਾਰ ਮੰਨਦੀ ਨਹੀਂ ਹੈ ਨਾ। ਲੋਕ ਬਹੁਤ ਇੱਦਾਂ ਦੇ ਹੈ ਜਿਹੜੇ ਬਹੁਤ ਚਲਾਕ ਹੈ, ਠੀਕ ਹੈ ਨਾ, ਉਹ ਸਿੱਧੇ ਬੰਦੇ ਨੂੰ ਖਾ ਜਾਂਦੇ ਹੈ। ਤੇ ਮੈਨੂੰ ਲੱਗਦਾ ਕਿ ਉਸ ਲਈ ਨਾ ਸਾਨੂੰ ਸਮਝਾਉਣਾ ਬੜਾ ਇੰਪੋਰਟੈਂਟ ਹੈ ਲੋਕਾਂ ਨੂੰ ਕਿ ਕਰਮ ਬਹੁਤ ਇੰਪੋਰਟੈਂਟ ਹੈ, ਪਰ ਉਹਦੇ ਨਾਲ ਨਾਲ ਕਾਂਡ ਵੀ, ਕਿ ਕਾਂਡ ਇੱਦਾਂ ਦੇ ਕਰੋ ਕਿ ਕਿਸੇ ਨੂੰ ਬੁਰਾ ਨਾ ਲੱਗੇ, ਤੁਹਾਡਾ ਕੰਮ ਨਿਕਲ ਗਿਆ ਔਰ ਦੂਜੇ ਨੂੰ ਸਮਝ ਆ ਗਿਆ ਕਿ
ਤੁਹਾਡੇ ਨਾਲ ਚਤੁਰਾਈ ਨਹੀਂ ਚੱਲੂਗੀ। ਕੋਈ ਚੰਡੀਗੜ੍ਹ ਕਾਂਡ ਹੈਗਾ ਜਿਹੜਾ ਕਦੀ ਨਹੀਂ ਭੁੱਲਿਆ ਜਾ ਸਕਦਾ ਪ੍ਰਿੰਸ ਨੂੰ, ਔਰ ਅਜੇ ਵੀ ਯਾਰ ਦੋਸਤ ਜਿਹੜੇ ਹੈਗੇ ਨੇ ਉਹ ਸੁਣਾਉਂਦੇ ਨੇ ਵੀ ਪ੍ਰਿੰਸ ਯਾਦ ਹੈ ਤੁਸੀਂ ਹੋਵੋਗੇ ਹੁਣ ਜੋ ਵੱਡੇ ਸਟਾਰ ਹੋ, ਲੇਕਿਨ ਇਹ ਵੀ ਕੀਤਾ ਹੈ। ਸਭ ਨੇ ਕੀਤੇ 8-9 10 ਸੈਕਟਰ ਦੀ ਗੇੜੀਆਂ, ਕੁੜੀਆਂ ਵਿੱਚ ਸਕੂਟੀ ਔਰ ਕੁੜੀਆਂ ਸਕੂਟੀ 'ਚ ਹੋਣਾ, ਪਿੱਛੇ ਗੱਡੀਆਂ ਲਾ ਲੈਣੀਆਂ, ਉਹ ਸਾਡੇ ਕਾਂਡ ਹੀ ਹੁੰਦੇ ਸੀ ਨਾ, ਨੰਬਰ ਘੇਰਦੇ ਨੇ ਇੱਦਾਂ ਕਰਕੇ। ਤੇ ਇਟਸ ਆਲ ਲਾਈਕ ਫॉर ਫਨ, ਬਟ ਸਾਡੇ ਉੱਦਾਂ ਦੇ ਕਾਂਡ ਰਹੇ ਹੈ ਕਿ ਸਕੂਲ ਕਾਲਜ ਤੋਂ ਬੰਕ ਕਰਨਾ ਹੈ, ਕਿੱਦਾਂ ਘਰੇ ਨਾ ਪਤਾ ਲੱਗੇ, ਹੈ ਨਾ, ਰਾਤ ਨੂੰ ਦਰਵਾਜ਼ਾ ਅੰਦਰੋਂ ਬੰਦ ਕਰਕੇ ਕੁੰਡੀ ਲਾ ਕੇ ਟੱਪ ਕੇ ਪੁੱਠੇ ਪਾਸੋਂ ਲੰਘ ਜਾਣਾ, ਤੇ ਜਾਂ ਰਾਤ ਨੂੰ ਕਲੱਬ ਜਾਣਾ, ਤੇ ਇਹ ਸਾਰੇ ਕਾਂਡ ਕੀਤੇ ਹੈ ਪਰ ਛੁਪ ਕੇ। ਬਟ ਵੀ ਆਰ ਵੈਰੀ ਪ੍ਰਾਊਡ ਕਿ ਤੁਸੀਂ ਆਪਦੇ ਕਰਮ ਦੇ ਵਿੱਚ ਵੀ ਬਹੁਤ ਜ਼ਿਆਦਾ ਇੱਕ ਜੋ ਡਿਗਨਿਟੀ ਮੇਨਟੇਨ ਕਰਕੇ ਸਕਸੈਸ ਹਾਸਲ ਕੀਤੀ ਹੈ, ਐਂਡ ਆਪਣੀ ਮੈਰਿਟਲ ਲਾਈਫ ਦੇ ਵਿੱਚ ਵੀ ਤੁਸੀਂ ਬਹੁਤ ਸੋਹਣਾ ਬੈਂਚਮਾਰਕ ਸੈਟ ਜਿਹੜਾ ਇਹ ਕਰ ਰਹੇ ਹੋ। ਬਟ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਕਿਸਮਤ ਤੇ ਕਿੰਨਾ ਬਿਲੀਵ ਕਰਦੇ ਹੋ, ਕਿਉਂਕਿ ਰਿਐਲਿਟੀ ਸ਼ੋਜ਼ ਤੋਂ ਬਾਅਦ ਇੱਕ ਜਿੱਤਣਾ, ਤੇ ਫਿਰ ਉਸ ਤੋਂ ਬਾਅਦ ਜੱਜਮੈਂਟ ਤੇ ਵੀ ਆਉਣਾ, ਤੇ ਹੁਣ ਤਾਂ ਆਊਟ ਆਫ ਰੀਚ ਹੀ ਹੋ ਗਏ ਤੁਸੀਂ। ਮੈਨੂੰ ਤਾਂ ਲੱਗਾ ਸੀ ਪ੍ਰੋਪਰਲੀ ਆਊਟ ਆਫ ਰੀਚ ਹੋ। ਮੈਨੂੰ ਲੱਗਦਾ ਕਿ ਤੁਸੀਂ ਇੱਕ ਵਾਰ ਕੁਐਸਚਨ ਰਿਪੀਟ ਕਰਨਾ। ਹਾਂਜੀ ਵੀ ਤੁਸੀਂ ਕਿਸਮਤ ਤੇ ਕਿੰਨਾ ਬਿਲੀਵ ਕਰਦੇ ਹੋ? ਕਿਸਮਤ ਦੇਖੋ ਇੰਪੋਰਟੈਂਟ ਹੈ, 100% ਇੰਪੋਰਟੈਂਟ ਹੈ, ਬਟ ਮੈਨੂੰ ਲੱਗਦਾ ਕਿ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਤੁਹਾਡਾ ਹਾਰਡ ਵਰਕ, ਤੁਹਾਡਾ ਫੋਕਸ ਰਹਿਣਾ। ਮੈਨੂੰ ਲੱਗਦਾ ਕਿ ਤੁਹਾਨੂੰ ਜੇ ਕਿਸੇ ਫੀਲਡ 'ਚ ਆਉਣਾ ਹੈ, ਮੈਂ ਹਮੇਸ਼ਾ ਕਹਿੰਦਾ ਤੁਸੀਂ ਸਿੱਖ ਕੇ ਆਓ, ਠੀਕ ਹੈ ਨਾ, ਉਹਦੇ ਬਾਰੇ ਨੌਲੇਜ ਲੈ ਕੇ ਆਓ, ਕਿਉਂਕਿ ਇੱਦਾਂ ਨਹੀਂ ਕਿ ਤੁਸੀਂ ਕੁਝ ਵੀ ਕਰਕੇ ਆ ਗਏ, ਕਿਉਂਕਿ ਜਿਹੜਾ ਪਹਿਲਾ ਇੰਪ੍ਰੈਸ਼ਨ ਹੈ ਨਾ ਉਹ ਬਹੁਤ ਮਾਇਨੇ ਰੱਖਦਾ ਹੈ ਅੱਜ ਦੇ ਟਾਈਮ 'ਚ। ਸ਼ਾਇਦ 7 ਸਾਲ 6 ਸਾਲ ਪਹਿਲਾਂ ਨਹੀਂ ਪੈਂਦਾ ਸੀਗਾ, 6 ਸਾਲ ਪਹਿਲਾਂ ਦੇਖਦੇ ਸੀ ਤੂੰ ਕਿੰਨਾ ਐਂਟਰਟੇਨ ਕਰ ਸਕਦਾ ਹੈ। ਅੱਜ ਦੇ ਟਾਈਮ 'ਚ ਲੋਕ ਇੰਨੇ ਸਮਝਦਾਰ ਨੇ, ਲੋਕ ਪੈਦਾ ਹੁੰਦੇ ਹੀ ਸਿੱਖਣਾ ਸ਼ੁਰੂ ਕਰ ਦਿੰਦੇ ਆ, ਇੰਨੇ ਜ਼ਿਆਦਾ ਟੈਲੈਂਟਡ ਹੈ। ਤੇ ਤੁਸੀਂ ਜੇ ਉਹਨਾਂ ਦੇ ਵਿੱਚ ਆ ਜਾਓਗੇ ਔਰ ਤੁਸੀਂ ਸਿਰਫ ਆ ਸੋਚ ਕੇ ਆਓਗੇ ਜਾਂ ਮੈਂ ਸਿਲੈਕਟ ਹੋ ਜਾਊਂਗਾ ਯਾਰ ਮੈਂ ਚੱਲਿਆਂਗਾ, ਫਿਰ ਨਹੀਂ ਹੋਏਗਾ, ਕਿਉਂਕਿ ਟੈਲੈਂਟ ਭਾਰੀ ਪੈ ਜਾਊਗਾ। ਪਰ ਫਰੈਂਡਸ ਜਦੋਂ ਤੁਸੀਂ ਰੋਡੀਜ਼ 'ਚ ਆਏ ਸੀ, ਫਿਰ ਸਪਿਟਸ ਵਿਲਾ ਐਂਡ ਦੈਨ ਬਿਗ ਬਿਸ ਦੈਨ ਨੱਚ ਬਿਲੇ, ਤੇ ਹਰ ਇੱਕ ਜਗ੍ਹਾ ਤੇ ਕੁਝ ਇੱਕ ਇਹੋ ਜਿਹੇ ਵੀ ਹੁੰਦੇ ਸੀ ਪਾਰਟਿਸਿਪੈਂਟ ਜਿਹੜੇ ਕਹਿੰਦੇ ਸੀ ਬਾਇਸਨੈਸ ਹੈ, ਵਹਾਂ पे जीत के आ गया, यहाँ पे भी हो चली जाएगा, या यहाँ पे कैसे चलेगा, वो जीत के आ गया। इसका ਲੋਕਾਂ ਦੇ ਮੈਂਟਲ ਲੈਵਲ ਨਾਲ ਖੇਲਣਾ ਨਾ ਬਹੁਤ ਇੰਪੋਰਟੈਂਟ ਹੈ। ਹੁਣ ਜਾਂਦੀ ਉਹ ਕਹਿੰਦੇ ਸੀ ਯਾਰ ਤੂੰ ਆ ਗਿਆ ਤੂੰ ਜੀਤ ਜਾਏਗਾ, ਉਹ ਪਹਿਲੇ ਆਪਣੀ ਹਾਰ ਮੰਨ ਜਾਂਦੇ ਸੀ। ਮੈਂ ਮੇਰੇ ਸਾਹਮਣੇ ਚਾਹੇ 10 ਸਾਲ ਦਾ ਵਿਨਰ ਹੋਵੇ, ਮੈਂ ਕਦੇ ਨਹੀਂ ਬੋਲੂੰਗਾ ਕਿ ਤੂੰ ਜਿੱਤ ਜਾਏਗਾ, ਕਿਉਂ? ਕਿਉਂਕਿ ਮੇਰੇ ਨਾਲ ਖੇਲਿਆ ਹੀ ਨਹੀਂ। ਜਦ ਖੇਲੇਗਾ ਮੇਰੇ ਤੋਂ ਜਿੱਤੂੰਗਾ ਤਾਂ ਮੈਂ ਕਹੂੰਗਾ ਠੀਕ ਹੈ ਯਾਰ ਵਿਨਰ, ਤਦ ਤੱਕ ਨਹੀਂ ਖੇਲਿਆ ਮੈਂ ਜਿੱਤੂੰਗਾ ਭਾਈ, ਕਿਉਂਕਿ ਜੇ ਮੇਰੇ ਤੇ ਖੁਦ ਤੇ ਭਰੋਸਾ ਨਹੀਂ ਕਰੂੰਗਾ ਦੁਨੀਆ ਨੂੰ ਕਿੱਦਾਂ ਭਰੋਸਾ ਕਰਾਉਂਗਾ ਕਿ ਮੈਂ ਜਿੱਤ ਸਕਦਾ। ਰਾਈਟ। ਸੋ ਗਾਣੇ ਇੱਕਦਮ ਪੰਜਾਬੀ ਆਈ ਮੀਨ ਕਿੱਥੋਂ ਇਨਫਲੂਐਂਸਡ ਹੋ ਰਹੇ ਸੀ ਇੰਨੀ ਦੇਰ ਦੇ, ਔਰ ਇਹ ਕੀ ਇੱਕ ਪਲਾਨਡ ਚੀਜ਼ ਨੇ? ਮੈਂ ਬਚਪਨ ਤੋਂ ਗਾਉਣਾ, ਮੈਂ ਬੋਲੀਆਂ ਮਲਵਾਈ ਗਿੱਧਾ ਪੂਰੇ ਸਕੂਲ ਟਾਈਮ ਕਾਲਜ ਟਾਈਮ ਕੀਤਾ ਗਾ, ਹੈ ਨਾ। ਭੰਗੜੇ ਬਾਰੇ ਅਸੀਂ ਵੀ ਭੰਗੜੇ ਬਾਰੇ ਯੈਸ। ਤੇ ਉਸ ਤੋਂ ਬਾਅਦ ਮੇਰੇ ਤਾਂ ਸਮਝ ਤੋਂ ਸੀ ਕਿ ਡੈਡੀ ਤੋਂ ਪੈਸੇ ਮੰਗਣ ਦੀ ਔਕਾਤ ਨਹੀਂ ਸੀਗੀ, 10 ਲੱਖ ਰੁਪਏ ਦਿਓ ਐਲਬਮ ਕਰਨੀ ਹੈ ਨਾ। ਤੇ ਤਦ ਇੰਨੇ ਪੈਸੇ ਸੀਗੇ ਨਹੀਂ ਨਾ ਡੈਡੀ ਕੋਲ ਨਾ ਸਾਡੇ ਕੋਲ, ਹੈ ਨਾ। ਤੇ ਉਹ ਤਦ ਮੈਂ ਕੁਛ ਕਰ ਨਹੀਂ ਪਾਇਆ। ਫਿਰ ਜਦ ਹੁਣ ਮੈਂ ਸਭ ਕੁਝ ਕਰ ਲਿਆ, ਕਮਾ ਲਿਆ, ਕਰ ਲੈ ਤੇ ਹੁਣ ਲੱਗਿਆ ਕਿ ਮੈਨੂੰ ਆਪਣਾ ਪੈਸ਼ਨ ਜੋ ਮੇਰੇ ਨਾਲ ਪਿਆਰ ਸੀ ਉਹ ਕਰਨਾ ਚਾਹੀਦਾ। ਫਿਰ ਮੈਂ ਗਾਣਿਆਂ 'ਚ ਉਤਰਿਆ ਵਾਪਸ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਮਤਲਬ ਆਊਟ ਆਫ ਰੀਚ ਇਹ ਬੰਦਾ ਸਾਡੇ ਨਾਲ ਖੜਾ ਇਹਦਾ ਵਾਕਈ ਕੋਈ ਤੋੜ ਹੈ। ਸੋ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਰਣਵੀਰ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ, ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਪਰ ਜਦੋਂ ਪੰਜਾਬੀ ਗਾਣੇ ਕੱਢੇ ਨੇ ਪ੍ਰਿੰਸ ਇੰਡਸਟਰੀ ਵਿੱਚੋਂ ਕਿਹਨੇ ਸਭ ਤੋਂ ਵੱਧ ਤੁਹਾਡੀ ਹੌਸਲਾ ਅਫਜ਼ਾਈ ਕੀਤੀ ਵੀ ਸਵਾਦ ਆ ਗਿਆ? ਮੋਸਟਲੀ ਜਿੰਨੇ ਵੀ ਲੋਕ ਮੈਨੂੰ ਜਾਣਦੇ ਹੈ ਉਹਨਾਂ ਨੇ ਮੈਂ ਕਈ ਕੁਝ ਲੋਕ ਸੀਗੇ ਵਿੱਚ ਕਹਿੰਦੇ ਸੀ ਕਿ ਵੀਰੇ ਆ ਕੀ ਕਰ ਰਹੇ ਹੋ ਤੁਸੀਂ, ਚੰਗਾ ਭਲਾ ਤੁਹਾਡਾ ਕੰਮ ਚੱਲਦਾ ਹੈ, ਤੁਸੀਂ ਇੱਧਰ ਕਿਉਂ ਆ ਗਏ, ਪਤਾ ਨਹੀਂ ਉਹ ਮੈਨੂੰ, ਮੈਂ ਕਦੇ ਪਰ ਕਿਤੇ ਗੱਲ ਸੁਣਨੀ ਨਹੀਂ ਕਰਦਾ, ਮੇਰੇ ਦਿਲ ਤੋਂ ਆਵਾਜ਼ ਨਹੀਂ ਆਉਂਦੀ ਨਾ ਕਿ ਆ ਨਹੀਂ ਹੋਏਗਾ, ਛੱਡ ਦੇ ਯਾਰ, ਹੈ ਨਾ, ਮੇਰੇ ਲਈ ਨਹੀਂ ਬਣਿਆ, ਤਦ ਤੱਕ ਮੈਂ ਛੱਡਦਾ ਨਹੀਂ, ਹੈ ਨਾ। ਪਹਿਲੇ ਵੀ ਮੇਰੇ ਗਾਣੇ ਹਿੱਟ ਹੋਏ ਪਰ ਕਿਸੇ ਨੂੰ ਪਤਾ ਨਹੀਂ ਸੀ ਮੈਂ ਗਾਏ ਆ, ਲੋਕਾਂ ਨੂੰ ਲੱਗਦਾ ਮੈਂ ਫੀਚਰ ਕਰਨਾ ਯਾਰ, ਫੀਚਰ ਕਰਕੇ ਚਲਾ ਗਿਆ, ਬਿਕੋਜ਼ ਉਹ ਮੈਨੂੰ ਐਜ਼ ਅ ਮਾਡਲ ਦੇਖਦੇ ਸੀਗੇ, ਐਕਟਰ ਦੇਖਦੇ ਸੀ। ਤੇ ਫਿਰ ਮੈਂ 1.5 ਸਾਲ ਐਕਟਿੰਗ ਛੱਡੀ, ਆਪਣਾ ਕੰਮ ਛੱਡਿਆ, ਕਿ ਲੋਕਾਂ ਦੇ ਦਿਮਾਗ 'ਚ ਵਾ ਕੱਢਣਾ ਕਿ ਮੈਂ ਐਕਟਿੰਗ ਕਰਦਾ। ਜਦ ਲੋਕ ਉੱਥੇ ਭੁੱਲਣਾ ਸ਼ੁਰੂ ਹੋਏ ਕਿ ਭਾਈ ਆਪ ਆ ਨਹੀਂ ਰਹੇ ਹੋ, ਫਿਰ ਮੈਂ ਗਾਣੇ ਛੱਡੇ ਕਿ ਵੀਰੇ ਮੈਂ ਆ ਕਰਨਾ ਹੈ, ਕਿ ਮੇਰਾ ਪੈਸ਼ਨ ਆਵ ਹੈ, ਤੁਸੀਂ ਮੈਨੂੰ ਇਸ 'ਚ ਪਹਿਲਾਂ ਐਕਸੈਪਟ ਕਰੋ। ਐਕਟਿੰਗ ਤਾਂ ਮੈਂ ਕਰ ਹੀ ਲਊਂਗਾ, ਉਹਦੀ ਕੋਈ ਏਜ ਥੋੜੀ ਹੈ। ਬਿਲਕੁਲ ਨਹੀਂ, ਸਾਨੂੰ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡਾ ਇੱਥੋਂ ਦਾ ਇੱਕ ਮੁੰਡਾ ਨਾਰਮਲ ਪਰਿਵਾਰ ਦਾ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਸੋਹਣਾ ਨਾਮ ਬਣਾ ਚੁੱਕਿਆ ਹੈ। ਸੋ ਹਾਊਸ ਲਾਈਫ ਨਾਓ? ਯੂਵਿਕਾ ਬਹੁਤ ਕੰਟਰੋਲ ਰੱਖਦੇ ਨੇ? ਨਹੀਂ ਬਿਲਕੁਲ ਵੀ ਨਹੀਂ, ਚਿਲ, ਅਸੀਂ ਬਹੁਤ ਚਿਲ ਰਹਿੰਦੇ ਦੋਨੋਂ, ਤੇ ਸਾਡੇ 'ਚ ਕੰਟਰੋਲ ਦਾ ਕੋਈ ਹਿੱਸਾ ਨਹੀਂ ਹੈਗਾ। ਤੇ ਜਦੋਂ ਤੁਸੀਂ ਉਹਨਾਂ ਨੂੰ ਫਿਲਮਾਂ ਵਿੱਚ ਦੇਖਿਆ ਸੀਗਾ ਉਦੋਂ ਤੁਸੀਂ ਸਟਰਗਲ ਕਰ ਰਹੇ ਸੀ? ਜਦ ਮੈਂ ਸਟਰਗਲ ਨਹੀਂ, ਮੈਂ ਤਾਂ ਸੀਗਾ ਹੀ ਨਹੀਂ ਇੰਡਸਟਰੀ 'ਚ, ਮੈਂ ਤਾਂ ਇੱਧਰ ਸੀਗਾ। ਉਹਦੀ ਓਮ ਸ਼ਾਂਤੀ ਓਮ ਆਈ ਸੀ, ਅਸੀਂ ਥੀਏਟਰ ਦੇਖਣ ਗਏ ਸੀ, ਮੈਂ ਕਿਹਾ ਯਾਰ ਆਹ ਤਾਂ ਜ਼ਿਆਦਾ ਸੋਹਣੀ ਲੱਗ ਰਹੀ ਹੈ ਕੁੜੀ, ਹੈ ਨਾ। ਤੇ ਸਾਨੂੰ ਥੋੜ੍ਹਾ ਪਤਾ ਮੇਰਾ ਵਿਆਹ ਹੀ ਉਹਦੇ ਨਾਲ ਹੋਣਾ ਹੈ। ਯੈਸ। ਲਾਈਫ ਬਹੁਤ ਚੇਂਜ ਹੋਈ ਹੈ ਇੱਕ ਮਤਲਬ ਸੈਲੀਬ੍ਰਿਟੀ ਬਣਨ ਤੋਂ ਬਾਅਦ, ਆਫਟਰ ਮੈਰਿਜ, ਕੀ ਤੁਹਾਨੂੰ ਚੇਂਜਸ ਦੇਖਣ ਨੂੰ ਮਿਲ ਰਹੇ? ਸੈਲੀਬ੍ਰਿਟੀ ਬਣਨ ਤੋਂ ਬਾਅਦ ਮੈਨੂੰ ਲੱਗਦਾ ਮੇਰੀ ਚੇਂਜ ਨਹੀਂ ਹੋਈ, ਕਿਉਂਕਿ ਮੈਂ ਕਦੇ ਮੰਨਦਾ ਹੀ ਨਹੀਂ ਮੈਂ ਸੈਲੀਬ੍ਰਿਟੀ ਹਾਂ, ਕਿਉਂਕਿ ਉਹ ਮੈਨੂੰ ਲੱਗਦਾ ਪਤਾ ਨਹੀਂ ਇੱਕ ਲੋਕ ਬਣਾ ਦਿੰਦੇ ਨੇ ਕਿ ਯਾਰ ਸੈਲੀਬ੍ਰਿਟੀ। ਮੈਨੂੰ ਲੱਗਦਾ ਕਿ ਅਸੀਂ ਕੰਮ ਕਰ ਰਹੇ ਹਾਂ, ਜਿਵੇਂ ਲੋਕ ਤੁਸੀਂ ਆਪਣਾ ਕੰਮ ਕਰ ਰਹੇ ਹੋ, ਮੈਂ ਵੀ ਆਪਣਾ ਕੰਮ ਕਰ ਰਿਹਾ, ਪੈਸੇ ਲਈ ਕੰਮ ਕਰ ਰਿਹਾ, ਤੁਸੀਂ ਪੈਸੇ ਲਈ ਕੰਮ ਕਰ ਰਹੇ ਹੋ, ਆਪਣਾ ਘਰ ਚਲਾਉਣਾ, ਸਾਰੇ ਉਹ ਕਰ ਰਹੇ ਹੈ। ਠੀਕ ਹੈ, ਲੋਕ ਸਾਨੂੰ ਪਿਆਰ ਕਰਦੇ, ਸਾਡੇ ਤੋਂ ਇੰਸਪਾਇਰ ਹੁੰਦੇ ਹੈ, ਬਟ ਆਈ ਥਿੰਕ ਉਹ ਸਾਡੇ ਵਰਗੇ ਬਹੁਤ ਲੋਕ ਹੈ ਉਹ ਕਰ ਸਕਦੇ ਹੈ, ਚੀਜ਼ਾਂ ਕਰ ਸਕਦੇ ਹੈ। ਯੈਸ, ਵਿਆਹ ਤੋਂ ਬਾਅਦ ਥੋੜੀ ਲਾਈਫ ਚੇਂਜ ਹੁੰਦੀ ਹੈ, ਕਿਉਂਕਿ ਤੁਸੀਂ ਰਿਸਪੌਂਸੀਬਲ ਹੋ ਜਾਂਦੇ ਹੋ, ਤੁਸੀਂ ਤੁਸੀਂ ਕਬੀਲਦਾਰ ਬੰਦੇ ਬਣ ਜਾਂਦੇ ਹੋ ਨਾ, ਤੁਸੀਂ ਘਰ ਚਲਾਉਣਾ ਹੈ, ਫੈਮਿਲੀ ਦੇਖਣੀ ਹੈ, ਸਭ ਨੂੰ ਖੁਸ਼ ਰੱਖਣਾ ਹੈ, ਤੁਸੀਂ ਸਾਨੂੰ ਆਪਣੇ ਤੋਂ ਪਹਿਲਾਂ ਲੋਕਾਂ ਦੀ ਚੀਜ਼ਾਂ ਪਿਆਰੀ ਹੋ ਜਾਂਦੀ ਕਿ ਇਹਨਾਂ ਦੀ ਕੀ ਡਿਮਾਂਡ ਹੈ ਉਹ ਪੂਰੀ ਹੋਵੇ।
ਤੇ ਫਿਰ ਤੁਸੀਂ ਉਹਨਾਂ ਲਈ ਵੀ ਕਮਾਉਂਦੇ ਹੋ, ਹੈ ਨਾ। ਤੇ ਯੈਸ, ਵਿਆਹ ਤੋਂ ਬਾਅਦ ਲਾਈਫ ਬਦਲਦੀ ਹੈ। ਪ੍ਰਿੰਸ, ਇੱਕ ਜ਼ਰੂਰ ਗੱਲ ਕਰਨੀ ਚਾਹਾਂਗੇ, ਤੁਸੀਂ ਬਹੁਤ ਹਾਰਡ ਵਰਕ ਦੇ ਨਾਲ ਫੋਕਸ ਹੋ ਕੇ ਆਪਣੀ ਜਰਨੀ ਨੂੰ ਜਿਹੜਾ ਹੈ ਹੁਣ ਤੱਕ ਕਰਦੇ ਆਏ ਹੋ, ਬਟ ਕੁਝ ਇੱਕ ਲੋਕ ਹੁੰਦੇ ਨੇ ਜੋ ਹਾਰ ਮੰਨ ਜਾਂਦੇ ਨੇ ਇਹੀ ਦੇਖ ਕੇ ਕਿ ਨੈਗੇਟਿਵਿਟੀ ਕਿੰਨੀ ਹੈ, ਲੋਕ ਸਾਨੂੰ ਸਾਡੀ ਮਿਹਨਤ ਨੂੰ ਰਿਸਪੈਕਟ ਨਹੀਂ ਕਰ ਰਹੇ, ਸਾਨੂੰ ਬਹੁਤ ਜ਼ਿਆਦਾ ਕੰਟਰੋਵਰਸੀਜ਼ ਹੋ ਜਾਂਦੀਆਂ ਨੇ, ਜਾਂ ਇੰਡਸਟਰੀ ਦਾ ਪਾਰਟ ਬਣ ਕੇ ਰਹਿਣਾ ਕੀ ਇੱਕ ਚੈਲੰਜ ਹੈ ਇੱਕ ਆਰਟਿਸਟ ਲਈ? ਚੈਲੰਜ ਨਾ ਸਸਟੇਨ ਕਰਨਾ ਬੇਟਾ ਹਮੇਸ਼ਾ ਚੈਲੰਜ ਰਹਿੰਦਾ ਹੈ। ਤੁਸੀਂ ਬਣ ਜਾਂਦੇ ਹੋ, ਕਿੱਦਾਂ ਸਸਟੇਨ ਕਰਦੇ ਹੋ ਉਹਨੂੰ, ਉਹ ਬਹੁਤ ਇੰਪੋਰਟੈਂਟ ਰਹਿੰਦਾ। ਉੱਥੇ ਲੋਕ ਹਾਰ ਮੰਨ ਜਾਂਦੇ ਹੈ ਨਾ, ਪਰ ਮੈਨੂੰ ਲੱਗਦਾ ਤੁਹਾਨੂੰ ਹਾਰ ਮੰਨਣੀ ਨਹੀਂ ਚਾਹੀਦੀ। ਅਪ ਡਾਊਨਸ ਹਮੇਸ਼ਾ ਲਾਈਫ 'ਚ ਆਉਂਦੇ ਹੈ। ਤੁਸੀਂ ਇੱਕ ਵਾਰ ਕੰਮ ਕਦੇ ਨਹੀਂ ਕਰੋਗੇ, ਕਦੇ ਥੋੜਾ ਥੱਲੇ ਆਏਗਾ, ਬਟ ਮੈਟਰ ਹੀ ਕਰਦਾ ਤੁਸੀਂ ਕੰਮ ਕਰੀ ਜਾ ਰਹੇ ਹੋ। ਉਹ ਦੁਬਾਰਾ ਕਦ ਕਲਿੱਕ ਹੋਏਗਾ ਸਾਨੂੰ ਖੁਦ ਨਹੀਂ ਪਤਾ ਹੋਏਗਾ, ਹੈ ਨਾ। ਜਦ ਮੈਂ ਇਸ ਲਾਈਨ 'ਚ ਆਇਆ ਸੀਗਾ, ਲੋਕਾਂ ਨੇ ਮੇਰੇ ਰਿਸ਼ਤੇਦਾਰਾਂ ਨੇ ਬੋਲਿਆ ਸੀ ਕਿੱਥੇ ਭੇਜਤਾ, ਉੱਥੇ ਵਿਗੜ ਜਾਣਾ, ਇਹਨੇ ਕੁਛ ਨਹੀਂ ਕਰਨਾ, ਚੰਗਾ ਭਲਾ ਕੰਮ ਹੈ ਸੰਭਾਲੋ। ਫਿਰ ਉਹੀ ਰਿਸ਼ਤੇਦਾਰ ਲੋਕਾਂ ਨੂੰ ਲੈ ਕੇ ਆਉਂਦਾ ਸੀ, ਸਾਡਾ ਭਾਂਜਾ ਹੈ, ਭਤੀਜਾ ਹੈ, ਲੈ ਫੋਟੋ ਖਿੱਚ ਲਓ। ਫਿਰ ਜੇ ਗਾਣੇ ਦੀ ਫੀਲਡ 'ਚ ਆਇਆ, ਕੁਛ ਲੋਕਾਂ ਨੇ ਕਿਹਾ ਕਿ ਤੂੰ ਆ ਕੋਈ ਕਰਨ ਲੱਗ ਗਿਆ, ਤੇਰਾ ਕਰੀਅਰ ਚੰਗਾ ਭਲਾ ਚੱਲਦਾ ਹੈ। ਕੁਛ ਲੋਕਾਂ ਨੇ ਕਿਹਾ ਵੀਰੇ ਤੂੰ ਕਰ, ਬਹੁਤ ਘੈਂਟ ਕਰ ਰਿਹਾ, ਤੇਰਾ ਇੱਕ ਦਿਨ ਟਾਈਮ ਆਊਗਾ, ਦੇਖੀ ਤੂੰ ਕਰਨਾ। ਹਰ ਤਰ੍ਹਾਂ ਦੇ ਲੋਕ ਮਿਲਣਗੇ। ਮੈਨੂੰ ਲੱਗਦਾ ਤੁਹਾਡੇ ਦਿਲ ਦੀ ਆਵਾਜ਼ ਜੋ ਕਹਿੰਦੀ ਹੈ ਨਾ, ਤੁਹਾਨੂੰ ਉਹੀ ਕਰਨਾ ਚਾਹੀਦਾ, ਲੱਗੇ ਰਹਿਣਾ ਚਾਹੀਦਾ ਹੈ। ਔਰ ਜੇ ਤੁਸੀਂ ਲੱਗੇ ਰਹੋਗੇ ਨਾ, ਫਿਰ ਰੱਬ ਵੀ ਦੇਖਦਾ ਕਿ ਯਾਰ ਇਹਨੂੰ ਆ ਚੀਜ਼ ਚਾਹੀਦੀ ਹੈ ਨਾ, ਤਾਂ ਮੈਂ ਦੇ ਦਾਂ। ਜੇ ਤੁਸੀਂ ਆਪ ਹੀ ਕਹਿ ਦੋਗੇ ਚੱਲ ਛੱਡ ਯਾਰ, ਤੇ ਰੱਬ ਵੀ ਕਹੋਗੇ ਚੱਲ ਛੱਡ, ਇਹਨੂੰ ਆਪ ਨਹੀਂ ਚਾਹੀਦੀ। ਰੋਡੀਜ਼ ਤੁਹਾਡੇ ਅਕੋਰਡਿੰਗ ਕੀ ਹੈ? ਮੇਰੇ ਲਈ ਰੋਡੀਜ਼ ਲਾਈਫ ਚੇਂਜਿੰਗ ਹੈ ਨਾ, ਕਿ ਇੱਥੇ ਲੋਕ ਸੁਪਨੇ ਲੈ ਕੇ ਆਉਂਦੇ ਹੈ, ਸਾਡੇ ਵਰਗੇ ਆਮ ਆਦਮੀ ਜਿਨ੍ਹਾਂ ਦੇ ਕੋਈ ਗੋਡਫਾਦਰ ਨਹੀਂ ਹੈ ਇੰਡਸਟਰੀ 'ਚ, ਤੇ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਪਲੇਟਫਾਰਮ 'ਤੇ ਆ ਕੇ ਆਪਣੇ ਸ਼ੋਕੇਸ ਕਰਨ ਦਾ, ਤੇ ਉੱਥੇ ਲੋਕ ਆਪਣਾ ਨਾਮ ਬਣਾਉਂਦੇ ਹੈ। ਤੁਸੀਂ ਬ੍ਰੇਕਡਾਊਨ ਹੁੰਦੇ ਹੋ ਬਹੁਤ ਵਾਰ। ਸਪੈਸੀਫਿਕਲੀ ਰੀਜ਼ਨਸ ਨੇ? ਰੀਜ਼ਨਸ ਕਈ ਵਾਰ ਜਦ ਮੈਂ ਲੋਕਾਂ ਦੇ ਹਾਰਸ਼ ਹੋ ਰਿਹਾ ਹੁੰਦਾ ਕਈ ਵਾਰ, ਹੈ ਨਾ, ਤੇ ਬਾਹਰਲੇ ਕਈ ਲੋਕਾਂ ਨੂੰ ਸਮਝ ਨਹੀਂ ਆਉਂਦਾ। 90% ਲੋਕ ਮੈਨੂੰ ਪਿਆਰ ਕਰਦੇ ਹਨ, ਜਦ 10-20% ਲੋਕ ਮੈਨੂੰ ਹੇਟਰਸ ਆਉਂਦੇ ਹੈ, ਵਿੱਚ ਕਮੈਂਟ ਕਰਦੇ ਹਨ ਤੁਸੀਂ ਇਹਨਾਂ ਐਟੀਟਿਊਡ ਦਿਖਾ ਰਹੇ ਹੋ। ਦੇ ਡੋਂਟ ਨੋ ਅਬਾਊਟ ਮੀ ਕਿ ਮੈਂ ਕਿੱਦਾਂ ਦਾ, ਬਿਨਾਂ ਜਾਣੇ ਉਹ ਜਜਮੈਂਟਲ ਹੋ ਜਾਂਦੇ ਹੈ ਨਾ, ਜਜਮੈਂਟ ਦਿੰਦੇ ਆਪਣੀ। ਉਹਨਾਂ ਨੂੰ ਆ ਨਹੀਂ ਪਤਾ ਕਿ ਮੈਂ ਸਖਤ ਆਪਣੇ ਲਈ ਨਹੀਂ, ਮੈਂ ਇਹਨਾਂ ਲੋਕਾਂ ਲਈ ਹੋ ਰਿਹਾ ਕਿ ਮੈਨੂੰ ਪਤਾ ਬਾਹਰਲੀ ਦੁਨੀਆ ਕਿੱਦਾਂ ਦੀ ਹੈ। ਆ ਫੇਕ ਪ੍ਰੋਮਿਸਿਸ ਕੋਈ ਜਿਹੜੇ ਕਦੇ ਪੂਰੇ ਨਹੀਂ ਹੁੰਦੇ, ਜਿਹੜੇ ਲੋਕ ਕਰ ਜਾਂਦੇ ਹੈ ਨਾ, ਤੇ ਮੈਂ ਉਹਨਾਂ ਲਈ ਉਹਨਾਂ ਨੂੰ ਤਿਆਰ ਕਰਦਾ ਕਿ ਸਾਨੂੰ ਵੀ ਬਹੁਤ ਲੋਕਾਂ ਨੇ ਕੀਤੇ ਹੈ ਪ੍ਰੋਮਿਸ, ਕਦੇ ਪੂਰੇ ਨਹੀਂ ਹੋਏ, ਕਿਸੇ ਨੇ ਪੁੱਛਿਆ ਵੀ ਨਹੀਂ, ਹੈ ਨਾ। ਜੋ ਕੀਤਾ ਮਤਲਬ ਆਪ ਆਪਣੀ ਮਿਹਨਤ ਨਾਲ ਕੀਤਾ, ਆਪਣੇ ਸਟਰਗਲ ਜੋ ਹੈ, ਮੈਂ ਸਟਰਗਲ ਮੈਂ ਦੱਸਦਾ ਹੀ ਨਹੀਂ, ਮੈਨੂੰ ਲੱਗਦਾ ਉਹ ਬਿਊਟੀਫੁਲ ਪਾਰਟ ਹੁੰਦਾ ਕਿ ਸਾਨੂੰ ਕਿਸੇ ਨੇ ਸਾਨੂੰ ਆ ਨਹੀਂ ਕਿਹਾ ਕਿ ਤੁਸੀਂ ਜਾ ਕੇ ਸਟਰਗਲ ਕਰੋ, ਵਾਈ ਸਟਰਗਲ ਕਰੋ। ਸਾਡੀ ਆਪਣੀ ਮਰਜ਼ੀ ਸਟਰਗਲ ਕਰਨ ਦੀ, ਔਰ ਹਰ ਫੀਲਡ 'ਚ ਸਟਰਗਲ ਹੁੰਦੀ। ਇਸ ਕਰਕੇ ਮੈਂ ਕਦੇ ਆਪਣੀ ਸਟਰਗਲ ਦੀ ਗੱਲ ਕਰਦਾ ਨਹੀਂ, ਮੈਂ ਸਿਰਫ ਆਪਣੀ ਜਰਨੀ ਦੀ ਗੱਲ ਕਰਦਾ ਕਿ ਮੇਰੀ ਜਰਨੀ ਕਿੱਦਾਂ ਦੀ ਸੀਗਾ। ਮੇਰੀ ਜਰਨੀ ਬਹੁਤ ਬਿਊਟੀਫੁਲ ਸੀ। ਤੇ ਹੁਣ ਗਾਣਿਆਂ ਦਾ ਅੱਗੇ ਕੀ ਪ੍ਰੋਸੈਸ ਹੈ? 2 ਗਾਣੇ ਇੰਨੇ ਜ਼ਿਆਦਾ ਜ਼ੁਬਾਨ ਤੇ ਚੜੇ ਹੋਏ ਨੇ, ਹੁਣ ਤਾਂ ਲੋਕੀ ਵੇਟ ਕਰ ਰਹੇ ਨੇ ਈਗਰਲੀ। ਅਗਲੀ ਮੈਂ ਮੇਕ ਸ਼ੋਰ ਕਰ ਰਿਹਾ, ਅਗਲੀ ਜਿਹੜੀ ਪੂਰੀ ਐਲਬਮ ਆ ਰਹੀ ਹੈ, ਤੁਹਾਨੂੰ ਸਾਰੇ ਗਾਣੇ ਜ਼ੁਬਾਨ 'ਤੇ ਚੜੇ ਰਹਿਣਗੇ। ਬਹੁਤ ਹੀ ਪਿਆਰੇ ਗਾਣੇ। ਇੱਕ 'ਚ ਮੈਂ ਔਰ ਯੂਵਿੰਗ ਦਾ ਜਿਹੜਾ ਰੋਮਾਂਟਿਕ ਟਰੈਕ ਹੈ, ਬਹੁਤ ਹੀ ਸੋਹਣਾ ਟਰੈਕ ਹੈ, ਔਰ ਵਿਗੜੇ ਜੱਟ ਗਾਣਾ ਹੈ, ਬਹੁਤ ਘੈਂਟ ਗਾਣੇ ਆ ਰਹੇ। ਤੇ ਮਤਲਬ ਵਿਗੜੇ ਜੱਟ, ਅੱਛਾ, ਮਤਲਬ ਪਹਿਲੇ ਰੀਚ 'ਚ ਨਹੀਂ ਆਣਾ, ਫਿਰ ਉਸ ਤੋਂ ਬਾਅਦ ਤੋੜ ਨਹੀਂ ਹੈਗਾ, ਤੇ ਹੁਣ ਜੱਟ ਵਿਗੜੇ ਹੋਏ ਵੀ ਨੇ। ਓਕੇ, ਕੂਲ। ਤੇ ਕੋਲੈਬੋਰੇਸ਼ਨ ਜਾਂ ਡੁਇਟ ਦਾ ਕੋਈ ਪਲਾਨ ਹੈ? ਮੇਰੀ ਬਹੁਤ ਸਾਰੀ ਕੋਲੈਬੋਰੇਸ਼ਨ ਹੈ ਇਹਦੇ ਅੰਦਰ, ਤੇ ਡੁਇਟ ਵੀ ਹੈਗੇ ਆ, ਤੇ ਅਲੱਗ-ਅਲੱਗ ਤਰ੍ਹਾਂ ਦੇ ਗਾਣੇ ਹੈ, ਕੁਝ ਮੈਂ ਸਿੰਗਲ ਹਾਂ, ਕੁਝ ਕੋਲੈਬਸ ਹੈ, ਕੁਝ ਡੁਇਟ ਹੈ। ਪ੍ਰਿੰਸ, ਤੁਸੀਂ ਮੈਨੂੰ ਲੱਗਦਾ ਯੂਥ ਦੇ ਹੀ ਨਹੀਂ, ਤੁਸੀਂ ਹਰ ਘਰ ਦੇ ਵਿੱਚ ਮਤਲਬ ਹਰ ਜੀ ਦੀ ਫੇਵਰੇਟ ਹੋ ਚੁੱਕੇ। ਜਦੋਂ ਤੁਸੀਂ 90% ਕਿਹਾ, ਮੈਨੂੰ ਤਾਂ ਲੱਗਦਾ 98% ਤੁਸੀਂ ਫੇਵਰੇਟ ਹੀ ਹੋ। ਤੁਹਾਡੀ ਇੱਕ ਪੋਜ਼ਿਟਿਵਿਟੀ ਜੋ ਹੈ ਜਰਨੀ ਦੀ, ਉਹ ਸਾਰਿਆਂ ਦੇ ਦਿਮਾਗ 'ਚ ਹੈ ਹੀ ਹੈ। ਸੋ ਤੁਸੀਂ ਕਿਹਨੂੰ ਪੋਜ਼ਿਟਿਵਲੀ ਪਰਸਨੈਲਿਟੀ ਨੂੰ ਅਡੋਰ ਕਰਦੇ ਹੋ ਆਪਦੀ ਲਾਈਫ 'ਚ? ਮੈਨੂੰ ਲੱਗਦਾ ਕਿ ਲੋਕਾਂ ਦੀ, ਮੇਰੇ ਵਰਗੇ ਬਹੁਤ ਸਾਰੇ ਲੋਕ ਹਨ ਜਿਹੜੇ ਆਪਣੀ ਫੈਮਿਲੀ ਨੂੰ ਦੇਖ ਕੇ, ਮੇਰੇ ਡੈਡ ਨੂੰ ਮੈਂ ਹਮੇਸ਼ਾ ਦੇਖਦੇ ਆਇਆ ਕਿ ਮੇਰੀ ਫੈਮਿਲੀ ਤੋਂ ਇਲਾਵਾ ਵੀ ਜੋ ਮੇਰੀ ਮੰਮਾ ਦੀ ਫੈਮਿਲੀ ਹੈ ਜਾਂ ਮੇਰੇ ਪਾਪਾ ਦੀ ਤਰ੍ਹਾਂ ਦੀ ਫੈਮਿਲੀ ਹੈ, ਉਹਨਾਂ ਨੂੰ ਵੀ ਸਾਂਭਦੇ ਮੇਰੇ ਡੈਡ ਆਏ ਹੋਏ, ਸਭ ਤੋਂ ਵੱਡੇ ਹੈ ਨਾ। ਤੇ ਅਸੀਂ ਕਈ ਵਾਰ ਕਹਿੰਦੇ ਸੀ ਡੈਡ ਕਿਉਂ ਕਰ ਰਹੇ ਹੋ ਯਾਰ, ਤੁਸੀਂ ਆਪਣਾ ਘਰ ਤਾਂ ਦੇਖ ਲਓ। ਉਹ ਕਹਿੰਦੇ ਕਿ ਯਾਰ ਆ ਮੇਰੇ ਕਰਮ ਹੈ, ਮੈਨੂੰ ਕਰਨਾ ਹੀ ਹੈ, ਮੈਂ ਵੱਡਾ ਹਾਂ ਨਾ। ਤੇ ਉਹਨਾਂ ਨੇ ਉਹ ਚੀਜ਼ਾਂ ਕਰੀਆਂ ਹੈ ਨਾ। ਕਈ ਵਾਰ ਸਾਨੂੰ ਵੀ ਗੁੱਸਾ ਆਉਂਦਾ ਸੀ, ਉਹ ਤਾਂ ਕਰਦੇ ਨਹੀਂ ਤੁਹਾਡੇ ਨਾਲ, ਤੁਸੀਂ ਵੀ ਕਰਦੇ ਹੋ। ਕਹਿੰਦੀ ਮੈਂ ਸੋਚੇ ਕਰਦੇ ਨਹੀਂ ਕਿ ਅਗਲਾ ਕਰੂਗਾ। ਮੈਂ ਕਹਿੰਦਾ ਕਿ ਆ ਮੇਰਾ ਵਾਲਾ ਹਿੱਸਾ ਹੈ, ਮੈਨੂੰ ਕਰਨ ਦਿਓ, ਹੈ ਨਾ। ਤੇ ਉਹ ਮੈਂ ਹਮੇਸ਼ਾ ਰੱਖਿਆ, ਮੈਂ ਹਾਲੇ ਵੀ ਉਹੀ ਕਰਦਾ ਕਿ ਮੈਂ ਆਪਣੇ ਕਰਮ ਕਰਦਾ। ਮੈਂ ਕਦੇ ਕਿਸੇ ਤੋਂ ਐਕਸਪੈਕਟ ਨਹੀਂ ਕਰਦਾ ਕਿ ਮੇਰੇ ਲਈ ਕੁਝ ਕਰੇਗਾ, ਮੈਂ ਸਾਰਿਆਂ ਲਈ ਕਰਦਾ। ਨਵੇਂ ਆਰਟਿਸਟ ਜਿੰਨੇ ਹੋਣਗੇ ਪੰਜਾਬ ਲਈ, ਉਹਨਾਂ ਦੇ ਗਾਣੇ ਆਪ ਸ਼ੇਅਰ ਕਰੂੰਗਾ, ਬਿਨਾਂ ਉਹਨਾਂ ਤੋਂ ਜਾਲੇ ਬੋਨਾ ਬੋਲੇ। ਜਿਹੜੀ ਮੈਨੂੰ ਚੀਜ਼ ਚੰਗੀ ਲੱਗਦੀ ਹੈ ਮੈਂ ਸ਼ੇਅਰ ਕਰਦਾ, ਕਿਉਂਕਿ ਮੈਨੂੰ ਲੱਗਦਾ ਕਿ ਜਦ ਤੱਕ ਅਸੀਂ ਆਰਟਿਸਟ ਨੂੰ ਐਪਰੀਸ਼ੀਏਟ ਨਹੀਂ ਕਰਾਂਗੇ, ਉਹਦੇ ਅੰਦਰ ਉਹ ਪਾਵਰ ਨਹੀਂ ਆਉਂਦੀ ਕਿ ਯਾਰ ਮੈਂ ਕੁਝ ਚੰਗਾ ਕਰ ਰਿਹਾ, ਹੈ ਨਾ। ਇੱਕ ਸੀਨੀਅਰ ਆਰਟਿਸਟ ਦਾ ਆਪਣੇ ਜੂਨੀਅਰ ਆਰਟਿਸਟ ਨੂੰ ਐਪਰੀਸ਼ੀਏਟ ਕਰਨਾ ਬਹੁਤ ਇੰਪੋਰਟੈਂਟ ਹੈ। ਔਰ ਜਿਹੜੀ ਸਾਡੀ ਇੰਡਸਟਰੀ 'ਚ ਨਹੀਂ ਹੁੰਦਾ। ਸਾਡੀ ਇੰਡਸਟਰੀ ਲੋਕ ਸੜਦੇ ਹੀ ਬਹੁਤ ਹੈ ਕਿ ਕਿਤੇ ਗਾਣਾ ਹਿੱਟ ਹੋ ਜਾਏ, ਹੈ ਨਾ, ਕਿ ਆ ਕੀ ਕਰ ਰਹੇ ਹਾਂ। ਮੈਨੂੰ ਲੱਗਦਾ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅੱਜ ਤੁਸੀਂ ਕਮਾ ਰਹੇ ਹੋ, ਤੁਹਾਡਾ ਕੰਮ ਕੋਈ ਖਿੱਚਣ ਨਹੀਂ ਲੱਗਿਆ, ਰੱਬ ਨੇ ਤੁਹਾਨੂੰ ਕੰਮ ਦੇਣਾ ਹੀ ਹੈ, ਪਰ ਤੁਸੀਂ ਕਿਸੇ ਹੋਰ ਨੂੰ ਵੀ ਕੰਮ ਦਿਓ। ਜੀ ਬਿਲਕੁਲ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਇਫ ਯੂ ਡੋਂਟ ਮਾਈਂਡ, 2 ਲਾਈਨਾਂ ਤੁਹਾਡੇ ਗਾਣੇ ਦੀਆਂ ਕਿਸੇ ਦੀਆਂ। ਠੀਕ ਹੈ। ਕਿਹਨੂੰ ਬਣਾਇਆ ਹੁਣ ਜਾਣ ਦੱਸ ਦੇ, ਕਿਹਦਾ ਸੀਗਾ ਨੱਕ ਤੇ ਨਿਸ਼ਾਨ ਦੱਸ ਦੇ। ਜਿਮ ਦਾ ਸ਼ੌਕੀਨ ਲਾਰਿਆਂ ਨੇ ਪੱਟਤਾ, ਮੈਨੂੰ ਪੀਣ ਲਾਤਾ ਕਿਉਂ ਸਮਾਨ ਦੱਸ ਦੇ। ਦੱਸ ਕਿਹੜੇ ਮੂੰਹ ਨਾਲ ਰੱਬ ਨੂੰ ਜਵਾਬ ਦੇਂਗੀ, ਹੋਰ ਲੁੱਟ ਕਿੰਨੇ ਨਹੀਂ ਸਵਾਦ ਲਏਂਗੀ। ਗਿੱਲ ਰੋਨੀ ਬਾਰੇ ਜਦੋਂ ਪੁੱਛਣਗੇ ਲੋਕ, ਦੱਸ ਫਿਰ ਕਿਹੜਾ ਚਿਹਰੇ ਤੇ ਨਕਾਬ ਲਏਂਗੀ। ਐਵੇਂ ਭੰਗ ਪਾਣੇ ਤੇਰੇ ਪਿੱਛੇ ਰੋੜਤੀ ਜਵਾਨੀ ਨਹੀਂ,
ਖਾਮੋਕਾਈ ਤੇਰੇ ਪਿੱਛੇ ਖੱਟੀ ਬਦਨਾਮੀ ਨਹੀਂ, ਜਿਹੜੇ ਮੋੜੇ ਉੱਤੇ ਸੀ ਤੂੰ ਮੋੜ ਗਈ ਨਿਸ਼ਾਨੀ ਨਹੀਂ, ਜ਼ਹਿਰ ਵਰਗਾ ਉਹ ਸੱਚੀ ਮੋੜ ਲੱਗੇ ਜੱਟ ਨੂੰ, ਉਦੋਂ ਤੇਰੀ ਤੋੜ ਲੱਗੇ ਜੱਟ ਨੂੰ, ਜ਼ਿੰਦਗੀ 'ਚ ਪਿਆਰ ਦੀ ਨਹੀਂ ਥੋੜ ਲੱਗੇ ਜੱਟ ਨੂੰ। ਕੀ ਬਾਤ ਹੈ, ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਬੈਸਟ ਤੁਹਾਡੀ ਆਉਣ ਵਾਲੀ ਜਰਨੀ ਲਈ। ਥੈਂਕ ਯੂ ਸੋ ਮਚ ਜੀ। ਸੋ ਸਾਡੇ ਨਾਲ ਬੜੇ ਕਮਾਲ ਦੇ ਰੋਡੀ ਸੀਗੇ, ਬੜੇ ਕਮਾਲ ਦੀ ਪਰਸਨੈਲਿਟੀ ਹੈ, ਇਹਨਾਂ ਦੀ ਜਰਨੀ ਅਸੀਂ ਖੁਦ ਅੱਖੀ ਦੇਖੀ ਹੈ। ਸੋ ਵਾਕਈ ਇੱਕ ਮਿਸਾਲ ਕਾਇਮ ਕਰਦੇ ਨੇ ਐਂਡ ਹੁਣ ਸਿੰਗਿੰਗ ਦੇ ਵਿੱਚ ਵੀ ਬੈਕ ਟੂ ਬੈਕ ਗਾਣੇ ਦੇ ਰਹੇ ਨੇ, ਤੇ ਮੈਨੂੰ ਲੱਗਦਾ ਕਿ ਸਾਨੂੰ ਅੱਛੇ ਕਲਾਕਾਰਾਂ ਨੂੰ, ਅੱਛੀ ਕਲਾ ਨੂੰ ਹਮੇਸ਼ਾ ਸਪੋਰਟ ਕਰਦੇ ਰਹਿਣਾ ਚਾਹੀਦਾ। ਫਿਲਹਾਲ ਦੇ ਲਈ ਤੁਸੀਂ ਆਪਣਾ ਤੇ ਆਪਣਾ ਦਾ ਰੱਖੋ ਖਿਆਲ, ਦਿਓ ਇਜਾਜ਼ਤ, ਸਟੇ ਪੋਜ਼ਿਟਿਵ, ਸਤਿ ਸ਼੍ਰੀ ਅਕਾਲ।